ਅੱਜ ਆਪਾਂ ਜਿਹੜਾ ਸਮ ਕਰਨਾ ਆ ਉਹ ਕਰਨਾ ਕੈਪੀਟਲ ਗੇਨ ਦਾ। ਕੈਪੀਟਲ ਗੇਨ ਦਾ ਸਮ ਨੰਬਰ 21। ਇਹ 'ਚ ਪਹਿਲਾ ਜਿਹੜਾ ਪੁਆਇੰਟ ਆ ਉਹ ਇਹ ਆ ਕਿ ਜਿਹੜੀ ਮਸ਼ੀਨਰੀ ਆ ਉਹ ਪਰਚੇਸ ਕੀਤੀ ਗਈ ਆ 2007 ਦੇ ਵਿੱਚ ਔਰ ਉਹਦੀ ਕੋਸਟ ਕਿੰਨੀ ਆ 5 ਲੱਖ ਰੁਪਏ। ਠੀਕ ਹੈ, ਬਟ ਉਹਨੇ ਡੈਪਰੀਸੀਏਸ਼ਨ ਦਿੱਤੀ ਕਿ 2007 ਤੋਂ ਲੈ ਕੇ 2019 ਤੱਕ ਇੰਨੀ ਡੈਪਰੀਸੀਏਸ਼ਨ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਦੋਂ ਕਿਸੇ ਚੀਜ਼ ਦੀ ਡੈਪਰੀਸੀਏਸ਼ਨ ਦਿੱਤੀ ਤਾਂ ਸ਼ਾਰਟ ਟਰਮ ਕੈਪੀਟਲ ਗੇਨ ਨਿਕਲੂਗਾ। ਤੁਸੀਂ ਕੋਸਟ ਡੈਪਰੀਸੀਏਸ਼ਨ ਮਾਈਨਸ ਕਰ ਦੇਣੀ ਆ। 5 ਲੱਖ ਚੋਂ 3 ਲੱਖ ਮਾਈਨਸ ਕਰਤਾ ਤਾਂ ਰਿਟਨ ਡਾਊਨ ਵੈਲਿਊ ਮਸ਼ੀਨ ਦੀ ਕਿੰਨੀ ਆ ਗਈ 2 ਲੱਖ ਰੁਪਏ। ਠੀਕ ਆ, ਹੁਣ ਇਹ ਵੈਲਿਊ ਸਾਨੂੰ ਪਤਾ ਲੱਗ ਗਈ 31/3/2019 ਨੂੰ। ਜੇ 31/3/2019 ਨੂੰ ਵੈਲਿਊ ਉਹਦੀ 2 ਲੱਖ ਆ ਅਤੇ ਉਹ 30/6/2019 ਨੂੰ ਵੇਚਤਾ ਸੇਲ ਪ੍ਰਾਈਸ, ਤਾਂ ਇਹਦਾ ਮਤਲਬ 3 ਸਾਲ ਤੋਂ ਘੱਟ ਹੀ ਹੈ ਫਿਰ ਤਾਂ, ਕਿਉਂਕਿ ਆਪਾਂ ਨੂੰ ਉਸ ਚੀਜ਼ ਦੀ ਵੈਲਿਊ 2019 ਤੱਕ ਦੀ ਪਤਾ ਲੱਗ ਗਈ, ਇਸ ਲਈ ਸ਼ਾਰਟ ਟਰਮ ਕੈਪੀਟਲ ਗੇਨ ਆ। ਔਰ ਕਦੇ ਵੀ ਰਿਟਨ ਡਾਊਨ ਵੈਲਿਊ ਗਿਵਨ ਹੋਵੇ ਲੌਂਗ ਟਰਮ ਕੈਪੀਟਲ ਗੇਨ ਨਹੀਂ ਨਿਕਲਦਾ। ਤੁਸੀਂ ਸੇਲ ਪ੍ਰਾਈਸ ਦੇ ਵਿੱਚੋਂ ਰਿਟਨ ਡਾਊਨ ਵੈਲਿਊ ਮਾਈਨਸ ਕਰ ਦਿਓ 2 ਲੱਖ ਰੁਪਈਆ, ਤੁਹਾਡੇ ਕੋਲ 5 ਲੱਖ ਰੁਪਇਆ ਕੀ ਆ ਜਾਊਗਾ ਸ਼ਾਰਟ ਟਰਮ ਕੈਪੀਟਲ ਗੇਨ। ਸੈਕਿੰਡ ਪੁਆਇੰਟ ਕੀ ਹੈ ਕਿ ਸੇਲ ਪ੍ਰਾਈਸ ਰੈਜ਼ੀਡੈਂਸ਼ੀਅਲ ਬਿਲਡਿੰਗ ਦਾ ਜਿਹੜੀ ਪਰਚੇਸ ਕੀਤੀ ਗਈ ਹੈ 2003-04 ਦੇ ਵਿੱਚ ਕਿੰਨੇ ਦੀ ਹੈ 90,000 ਦੀ। ਕਾਸਟ ਆਫ ਇੰਪਰੂਵਮੈਂਟ ਕੀਤੀ ਗਈ ਹੈ 60,000 ਦੀ। ਸੇਲ ਪ੍ਰਾਈਸ ਕਿੰਨਾ ਹੈ 4 ਲੱਖ, ਉਹਨੇ ਸੇਲ ਪ੍ਰਾਈਸ ਭਰ ਲਿਆ। ਉਸ ਤੋਂ ਬਾਅਦ ਉਹਨੇ ਕੀ ਕੀਤਾ ਆ, ਜਿਹੜੀ ਕਾਸਟ ਆਫ ਪਰਚੇਜ਼ ਆ ਉਹ ਕਿੰਨੀ ਹੈ 90,000। ਠੀਕ ਆ, ਉਹਨੂੰ ਕਰੰਟ ਈਅਰ ਦੇ ਇੰਡੈਕਸ ਨਾਲ ਮਲਟੀਪਲਾਈ ਕਰ ਲਿਆ 299 ਨਾਲ। ਜਿਸ ਈਅਰ ਪਰਚੇਜ਼ ਕੀਤਾ ਉਹਦਾ ਇੰਡੈਕਸ ਕਿੰਨਾ ਹੈ 109, ਡਿਵਾਈਡ ਕਰ ਲਿਆ। ਠੀਕ ਆ, ਇੰਡੈਕਸ ਦੀ ਵੈਲਿਊ ਆ ਗਈ। ਉਸ ਤੋਂ ਬਾਅਦ ਆ ਗਿਆ ਕਾਸਟ ਆਫ ਇੰਪਰੂਵਮੈਂਟ, ਉਹਦੀ ਵੈਲਿਊ ਕਿੰਨੀ ਹੈ 60,000। 60,000 ਨੂੰ ਫਿਰ ਕਰੰਟ ਨਾਲ ਮਲਟੀਪਲਾਈ ਡਿਵਾਈਡ ਬਾਏ ਜਿਸ ਈਅਰ ਇੰਪਰੂਵਮੈਂਟ ਕੀਤੀ ਹੈ ਉਹਦਾ ਇੰਡੈਕਸ 137। ਤੁਹਾਡੇ ਕੋਲ ਕੀ ਹੈਗੀ ਕਾਸਟ ਆਫ ਇੰਪਰੂਵਮੈਂਟ। ਸੇਲ ਪ੍ਰਾਈਸ ਚੋਂ ਕਾਸਟ ਆਫ ਐਕੁਜ਼ੀਸ਼ਨ ਦੀ ਇੰਡੈਕਸਿੰਗ ਤੋਂ ਬਾਅਦ ਵੈਲਿਊ ਅਤੇ ਕਾਸਟ ਆਫ ਇੰਪਰੂਵਮੈਂਟ ਦੀ ਇੰਡੈਕਸਿੰਗ ਤੋਂ ਬਾਅਦ ਵੈਲਿਊ ਕੀ ਕਰ ਦਿਓ ਲੈਸ, ਤੁਹਾਡੇ ਕੋਲ ਕੀ ਆ ਜਾਊਗਾ ਲੌਂਗ ਟਰਮ ਕੈਪੀਟਲ ਗੇਨ। ਉਸ ਤੋਂ ਬਾਅਦ ਉਹਨੇ ਤੁਹਾਨੂੰ ਕੀ ਦਿੱਤਾ ਬਿਜ਼ਨਸ ਇਨਕਮ। ਬਿਜ਼ਨਸ ਇਨਕਮ ਕੈਪੀਟਲ ਗੇਨ ਹੈਡ 'ਚ ਨਹੀਂ ਆਉਂਦੀ, ਬਟ ਉਹਨੇ ਤੁਹਾਨੂੰ ਪੁੱਛਿਆ ਟੋਟਲ ਇਨਕਮ, ਇਸ ਲਈ ਆਪਾਂ ਕੀ ਲਿਖਾਂਗੇ ਇਨਕਮ ਬਿਜ਼ਨਸ ਇਨਕਮ ਕਿੰਨੀ ਆ 1 ਲੱਖ। ਅਤੇ ਟੋਟਲ ਇਨਕਮ ਕਿੰਨੀ ਹੋ ਗਈ ਕੈਪੀਟਲ ਗੇਨ ਤੋਂ ਇੰਨੀ ਆ, ਬਿਜ਼ਨਸ ਇਨਕਮ ਕਿੰਨੀ ਹੈ ਇੰਨੀ ਆ, ਆਪਣੀ ਰਾਊਂਡ ਆਫ ਕਰਕੇ ਟੋਟਲ ਇਨਕਮ ਕਿੰਨੀ ਆ ਗਈ ਇੰਨੀ। ਇਸੇ ਤਰ੍ਹਾਂ ਸਮ ਨੰਬਰ 22 ਆ। ਸੇਲ ਪ੍ਰਾਈਸ ਦਾ ਸ਼ੇਅਰਸ ਦਾ ਏ ਲਿਮਟਿਡ ਦਾ ਜਿਹੜੇ ਐਕਵਾਇਰ ਕੀਤੇ ਗਏ 1/6/2018 ਨੂੰ, ਵੇਚੇ ਕਦੋਂ ਆ 1/5/2019, 1 ਸਾਲ ਦੇ ਵਿੱਚ ਵੇਚਦੇ, ਤਾਂ ਮੇਰੇ ਕੋਲ ਕੀ ਆ ਗਿਆ ਸ਼ਾਰਟ ਟਰਮ ਕੈਪੀਟਲ ਗੇਨ 2 ਲੱਖ ਮਾਈਨਸ 1 ਲੱਖ, ਕਿਉਂਕਿ 3 ਸਾਲ ਦੇ ਵਿੱਚ ਉਹ ਚੀਜ਼ ਸੋਲਡ ਹੋ ਗਈ। ਅਗਰ ਤੁਹਾਨੂੰ ਇਹ ਪੁਆਇੰਟ ਨਹੀਂ ਪਤਾ ਸੇਲ ਲੌਂਗ ਟਰਮ ਕਦੋਂ ਆ ਸ਼ਾਰਟ ਟਰਮ ਕਦੋਂ ਆ, ਤਾਂ ਇੰਟਰੋਡਕਸ਼ਨ ਚੈਪਟਰ ਬਣਾਇਆ ਹੋਇਆ ਮੈਂ ਕੈਪੀਟਲ ਗੇਨ ਦਾ, ਉਹ ਸੁਣ ਲਿਓ। ਇੰਡੈਕਸਿੰਗ ਬਣਾਇਆ ਤਾਂ ਤੁਹਾਨੂੰ ਇੰਡੈਕਸ ਕਾਸਟ ਦਾ ਪਤਾ ਲੱਗ ਸਕੇ। ਉਸ ਤੋਂ ਬਾਅਦ ਸੇਲ ਪ੍ਰਾਈਸ ਆਫ ਸ਼ੇਅਰ ਦਿੱਤਾ ਆ ਜਿਹੜੇ ਐਕਵਾਇਰ ਕੀਤੇ ਸੀ 2004-05 'ਚ, ਵੇਚੇ ਕਦੋਂ ਆ 19 'ਚ, ਇਹਦਾ ਮਤਲਬ ਲੌਂਗ ਟਰਮ ਆ। ਕਾਸਟ ਅਤੇ ਫੇਅਰ ਮਾਰਕੀਟ ਵੈਲਿਊ ਗਿਵਨ ਆ। ਕਾਸਟ ਕਿੰਨੀ ਹੈ 3,80,000, ਫੇਅਰ ਮਾਰਕੀਟ ਵੈਲਿਊ ਨਹੀਂ, ਕਾਸਟ ਕਿੰਨੀ ਆ 1.5 ਲੱਖ, ਫੇਅਰ ਮਾਰਕੀਟ ਵੈਲਿਊ ਕਿੰਨੀ ਹੈ 3,60,000। ਜਦ ਵੀ ਕਿਸੇ ਚੀਜ਼ ਦੀ ਕਰੰਟ ਈਅਰ ਦੀ ਵੈਲਿਊ ਗਿਵਨ ਆ ਫਿਰ ਇੰਡੈਕਸਿੰਗ ਨਹੀਂ ਹੋਣੀ। ਆਪਾਂ ਇੰਡੈਕਸਿੰਗ ਕਿਉਂ ਕਰਦੇ ਹਾਂ ਤਾਂ ਸਾਨੂੰ ਪਤਾ ਲੱਗ ਸਕੇ ਅੱਜ ਪ੍ਰਾਈਸ ਕਿੰਨਾ। ਅਗਰ ਸਾਨੂੰ 2018 ਦਾ ਪ੍ਰਾਈਸ ਪਤਾ ਹੀ ਹੈ ਤਾਂ ਅਸੀਂ ਉਹੀ ਪ੍ਰਾਈਸ ਲਵਾਂਗੇ ਨਾ। ਫਿਰ ਤੁਸੀਂ ਕੀ ਕਰੋਗੇ ਕਾਸਟ ਅਤੇ ਫੇਅਰ ਮਾਰਕੀਟ ਵੈਲਿਊ ਵਿਚ ਐਵਰੇਜ ਹਾਇਰ, 3,60,000 ਹਾਇਰ ਆ। ਇਹਦਾ ਮਤਲਬ ਇਹ ਕਦੋਂ ਆਇਆ 31/1/2018 ਨੂੰ, ਵੇਚ ਕਦੋਂ ਰਹੇ ਹਾਂ ਆਪਾਂ 1/12/2019 ਨੂੰ, 1 ਸਾਲ ਤੋਂ ਵੀ ਘੱਟ ਟਾਈਮ ਪੀਰੀਅਡ, ਫਿਰ ਵੀ 3 ਸਾਲ ਦੇ ਵਿੱਚ ਹੋ ਗਿਆ। ਤਾਂ ਸੇਲ ਪ੍ਰਾਈਸ 3,80,000 ਮਾਈਨਸ 3,60,000 ਤੁਹਾਡੇ ਕੋਲ ਕੀ ਆ ਗਿਆ 20,000। ਹੁਣ ਤੁਸੀਂ ਮੈਨੂੰ ਪੁੱਛੋਗੇ ਵੀ ਤੁਸੀਂ ਇਹਦੀ ਇੰਡੈਕਸਿੰਗ ਕਿਉਂ ਨਹੀਂ ਕੀਤੀ। ਸਭ ਤੋਂ ਪਹਿਲਾਂ ਇਹਦਾ ਪੁਆਇੰਟ ਇਹ ਆ ਕਿ ਤੁਹਾਨੂੰ ਫੇਅਰ ਮਾਰਕੀਟ ਵੈਲਿਊ 3,60,000 ਗਿਵਨ ਆ ਕਦੋਂ ਦੀ 2018 ਦੀ, ਕਿ 2018 ਨੂੰ ਉਸ ਚੀਜ਼ ਦਾ ਰੇਟ ਕੀ ਸੀ ਇਹ ਚੀਜ਼ ਤੁਹਾਨੂੰ ਪਤਾ ਆ। ਠੀਕ ਆ, ਅਗਰ ਇਹ ਚੀਜ਼ ਤੁਹਾਨੂੰ ਪਤਾ ਹੈ ਤਾਂ ਤੁਹਾਨੂੰ ਇੰਡੈਕਸਿੰਗ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਇੰਡੈਕਸਿੰਗ ਆਪਾਂ ਕਰਦੇ ਹੀ ਇਸ ਲਈ ਤਾਂ ਤੁਹਾਨੂੰ ਇਹ ਪਤਾ ਲੱਗ ਸਕੇ ਵੀ ਅੱਜ ਇਹਦਾ ਰੇਟ ਕਿੰਨਾ ਹੈ। ਅਗਰ ਤੁਹਾਨੂੰ ਉਹਦਾ ਰੇਟ 1 ਸਾਲ ਪਹਿਲਾਂ ਤੱਕ ਦਾ ਪਤਾ ਆ ਤਾਂ ਇਹਦਾ ਮਤਲਬ ਅਸੀਂ ਸ਼ਾਰਟ ਟਰਮ ਕੈਪੀਟਲ ਗੇਨ ਕੈਲਕੂਲੇਟ ਕਰ ਸਕਦੇ ਹਾਂ। ਠੀਕ ਆ, ਉਸ ਤੋਂ ਬਾਅਦ ਦਾ ਵਾਲਾ ਸਮ ਤਾਂ ਆਈ ਥਿੰਕ ਤੁਸੀਂ ਪਾਰਟ ਸੋਲਵ ਕਰ ਵੀ ਲਿਆ ਹੋਊਗਾ। ਚਲੋ ਹੁਣ ਮੈਂ ਕਰਾ ਹੀ ਰਿਹਾ ਤਾਂ ਮੈਂ ਦੱਸ ਦਿੰਦੇ ਹਾਂ।
ਸੇਲ ਪ੍ਰਾਈਸ ਕੀ ਆ, ਜਵੈਲਰੀ ਦਾ ਸ਼ਾਇਦ ਇਸ ਤੋਂ ਬਾਅਦ ਵੀਡੀਓ ਥੋੜੀ ਬਲਰ ਹੋ ਜੇ, ਪਤਾ ਨਹੀਂ ਕਿਉਂ ਸਹੀ ਨਹੀਂ ਆ ਰਹੀ। ਸਮ ਨੰਬਰ 22 ਅਗਰ ਵੀਡੀਓ ਬਲਰ ਹੋਈ ਨਾ ਤਾਂ ਰਿਕੁਐਸਟ ਹੀ ਆਪਣੀ ਬੁੱਕ ਖੋਲ ਲਿਓ। ਸੇਲ ਪ੍ਰਾਈਸ ਜੁਐਲਰੀ ਦਾ 1/9/2019 ਨੂੰ ਦਿੱਤਾ 1,80,000 ਤੁਸੀਂ ਸੇਲ ਪ੍ਰਾਈਸ ਫਿਲ ਕਰ ਲੈਣਾ 1,80,000। ਉਸ ਤੋਂ ਬਾਅਦ ਕਾਸਟ ਗਿਵਨ ਕਿੰਨੀ ਹੈ 60,000। ਉਹਦੀ ਕੀ ਕਰੋਗੇ ਇੰਡੈਕਸਿੰਗ, ਕਰੰਟ ਦਾ ਇੰਡੈਕਸ ਕਿੰਨਾ 299, ਕਦੋਂ ਆਈ ਆ 129 ਨਾਲ ਡਿਵਾਈਡ 1,80,000 ਚੋਂ ਇੰਡੈਕਸਿੰਗ ਕਰਕੇ ਵੈਲਿਊ ਆਉਂਦੇ 1,34,419। ਸੇਲ ਪ੍ਰਾਈਸ ਚੋਂ ਕਾਸਟ ਦੀ ਪ੍ਰਾਈਸ ਮਾਈਨਸ ਕਰੋਗੇ ਤੁਹਾਡੇ ਕੋਲ ਕੀ ਆਊਗਾ ਲੌਂਗ ਟਰਮ ਕੈਪੀਟਲ ਗੇਨ, ਔਰ ਇਹ ਕਿੰਨਾ ਆਉਂਦਾ ਆ 45,581। ਠੀਕ ਹੈ, ਤੁਹਾਡੇ ਕੋਲ ਕੀ ਹੈ 2 ਸ਼ਾਰਟ ਟਰਮ ਕੈਪੀਟਲ ਗੇਨ, 1 ਲੌਂਗ ਟਰਮ ਕੈਪੀਟਲ ਗੇਨ। ਔਰ ਨਹੀਂ, 1 ਸ਼ਾਰਟ ਟਰਮ ਆ 1 ਲੌਂਗ ਟਰਮ। ਬੇਸ਼ੱਕ ਇਹਦੀ ਮੈਨੂੰ ਵੈਲਿਊ ਪਤਾ ਲੱਗ ਗਈ ਸੀਗੀ 2018 ਦੀ, ਬਟ ਇਹ ਲਿਆ ਤਾਂ 2004-05 ਸੀ ਨਾ, ਇਸ ਲਈ ਇਹ ਲੌਂਗ ਟਰਮ ਕੈਪੀਟਲ ਗੇਨ ਹੀ ਰਹੂਗਾ, ਸ਼ਾਰਟ ਟਰਮ ਨਹੀਂ ਰਹਿਣਾ। ਅਤੇ ਇਹਦੇ ਵਿੱਚ ਮੈਨੂੰ ਕੀ ਹੋਇਆ ਸੀਗਾ ਲੌਂਗ ਟਰਮ ਕੈਪੀਟਲ ਗੇਨ ਕਿੰਨਾ ਸੀਗਾ ਮੇਰੇ ਕੋਲ ਦਰੀ ਕਰ। ਅੱਛਾ ਦੇਖੋ, ਜਿਹੜਾ ਤੁਸੀਂ ਫਸਟ ਪਾਰਟ ਕੀਤਾ ਆ ਉਹਦੇ ਤੁਹਾਡੇ ਕੋਲ ਆਇਆ ਸ਼ਾਰਟ ਟਰਮ ਕੈਪੀਟਲ ਗੇਨ 1 ਲੱਖ। ਉਸ ਤੋਂ ਬਾਅਦ ਜਵੈਲਰੀ ਵਾਲੇ ਤੋਂ ਆਇਆ ਲੌਂਗ ਟਰਮ 45,000। ਉਸ ਤੋਂ ਬਾਅਦ ਤੁਹਾਡੇ ਕੋਲ ਕੀ ਆਇਆ ਲੌਂਗ ਟਰਮ ਕੈਪੀਟਲ ਗੇਨ ਕਿੰਨਾ ਹੈ 20,000। ਇੱਕ ਪੁਆਇੰਟ ਯਾਦ ਰੱਖ ਲਿਓ, ਸ਼ੇਅਰ 'ਤੇ ਹੋਇਆ ਗਿਆ ਲੌਂਗ ਟਰਮ ਕੈਪੀਟਲ ਗੇਨ ਆ ਜਿਹੜਾ ਉਹ ਕਦੇ ਵੀ ਸੈੱਟ ਆਫ, ਉਹ 'ਚੋਂ ਅਸੀਂ ਕਦੇ ਵੀ ਕੁਛ ਸੈੱਟ ਆਫ ਨਹੀਂ ਕਰ ਸਕਦੇ। ਠੀਕ ਹੈ, ਤਾਂ ਮੇਰਾ ਲੌਂਗ ਟਰਮ ਕੈਪੀਟਲ ਗੇਨ ਟੋਟਲ ਕਿੰਨਾ ਹੋ ਗਿਆ 65। ਲੌਂਗ ਟਰਮ ਕੈਪੀਟਲ ਗੇਨ ਕਿੰਨਾ ਆ ਅਗਰ ਐਡ ਕਰਕੇ 65,581। ਜਵੈਲਰੀ ਤੋਂ ਲੌਂਗ ਟਰਮ ਕੈਪੀਟਲ ਗੇਨ ਆਇਆ 45,581। ਜਿਹੜਾ ਸ਼ਾਰਟ ਲੌਂਗ ਟਰਮ ਸ਼ੇਅਰ ਸੀ ਸੈਕਿੰਡ ਪਾਰਟ ਵਾਲੇ ਉਹ ਚਾਹੇ 20 ਆ, ਟੋਟਲ ਕਿੰਨਾ ਹੋ ਗਿਆ 65,581। ਅਗਰ ਸ਼ੇਅਰ ਤੋਂ ਲੌਂਗ ਟਰਮ ਕੈਪੀਟਲ ਲਾਸ ਹੋ ਜੇ ਤਾਂ ਉਹ ਸੈੱਟ ਆਫ ਨਹੀਂ ਹੁੰਦਾ, ਇਹ ਯਾਦ ਰੱਖਿਓ। ਔਰ ਇਸੇ ਸਮ ਦੇ ਨੀਚੇ ਦੇਖ ਲਓ ਲੌਂਗ ਟਰਮ ਕੈਪੀਟਲ ਲਾਸ ਗਿਵਨ ਆ। ਅਗਰ ਲੌਂਗ ਟਰਮ ਕੈਪੀਟਲ ਲਾਸ ਗਿਵਨ ਆ ਤਾਂ ਇਸ ਤੁਹਾਨੂੰ ਪਤਾ ਹੋਣਾ, ਸੌਰੀ ਪਤਾ ਨਹੀਂ ਹੋਣਾ ਕਿਉਂਕਿ ਨੈਕਸਟ ਸਮੈਸਟਰ 'ਚ ਚੈਪਟਰ ਆਊਗਾ ਸੈੱਟ ਆਫ ਦਾ। ਤੁਸੀਂ ਲੌਂਗ ਟਰਮ ਕੈਪੀਟਲ ਗੇਨ ਚੋਂ ਲੌਂਗ ਟਰਮ ਕੈਪੀਟਲ ਲਾਸ ਪਹਿਲਾਂ ਸੈੱਟ ਆਫ ਕਰਨਾ, ਉਸ ਤੋਂ ਬਾਅਦ ਸ਼ਾਰਟ ਟਰਮ ਲੈਸ ਕਰਨਾ। ਠੀਕ ਆ, ਤਾਂ ਲੌਂਗ ਟਰਮ ਕੈਪੀਟਲ ਲਾਸ ਕਿੰਨਾ ਸੀ 65,581। ਉਹ ਮੈਂ ਲੌਂਗ ਟਰਮ 'ਚੋਂ ਕੀ ਕਰਤਾ ਐਡਜਸਟ, ਲੌਂਗ ਟਰਮ ਕੈਪੀਟਲ ਗੇਨ ਚੋਂ ਲੌਂਗ ਟਰਮ ਕੈਪੀਟਲ ਲਾਸ ਕੀ ਕਰਤਾ ਐਡਜਸਟ। ਹੁਣ 1 ਲੱਖ ਚੋਂ ਸਿਰਫ ਕਿੰਨਾ ਐਡਜਸਟ ਹੋਇਆ 65,581, ਤਾਂ ਬਾਕੀ ਕੀ ਹੋ ਜਾਊਗਾ ਕੈਰੀ ਫਾਰਵਰਡ। ਜਿਹੜੇ ਇਹ ਲਾਸ ਨੇ ਇਹ 8 ਸਾਲਾਂ ਤੱਕ ਕੈਰੀ ਫਾਰਵਰਡ ਹੋ ਸਕਦੇ ਆ। ਔਰ ਇਸ ਸਮ ਦੇ ਵਿੱਚ ਮੈਨੂੰ ਸਿਰਫ ਇੱਕ ਗੇਨ ਹੋਇਆ ਸ਼ਾਰਟ ਟਰਮ ਕੈਪੀਟਲ ਗੇਨ 1 ਲੱਖ, ਕਿਉਂਕਿ ਲੌਂਗ ਟਰਮ ਕੈਪੀਟਲ ਗੇਨ ਚੋਂ ਲੌਂਗ ਟਰਮ ਕੈਪੀਟਲ ਲਾਸ ਕੀ ਹੋ ਗਿਆ ਐਡਜਸਟ।